सुन रहे हो चावला न्यूज नेटवर्क टोरंटो, CNN टोरंटो। कर दिता आपां शो। एक जित हुई किसानां दी वड्डी मंग यही सीगी। पट्टी साहब एक बार फिर तो मेरे नाल जुड़ चुके। हाँ जी पट्टी साहब, वेलकम। शुक्रिया जी, शुक्रिया जी। जी अच्छा पट्टी साहब, पहली मंग तो यही सी ना कि इन्हां नूं रद्द करो ते नवें सिरों शुरू करो, है ना? बिल्कुल जी, बिल्कुल। साडी एक सांझी कमेटी बनाओ, है ना? जी जी। हुण आपां गल करांगे कि सांझी कमेटी बनीगी उहदे विच की हुंदा, दैट्स डिफरेंट। पर फिलहाल अज दी जिहड़ी इह चर्चा है इहदे विच किसी ने क्यासराई नहीं सी कीती। माड़ा मोटा कंसो सी, जिवें तुसीं दस्सिया कि जिहड़े घट गिनती कमिशन के चेयरमैन ते एक बहुत वड्डे नेता तुहाडे नाल गलबात सी कि लालपुरा साहब ने भी कहा कि कुछ मोदी साहब करना चाहुंदे ने। पर सारे पासियां तो जिहड़े ने लोग ने बड़े सुचेत ने। एक दा फोन आया, कहंदे जी कल यूपी दे विच कुर्सियां खाली खाली सन, ਉਹਦੇ मद्देनज़र भी किते की कह सकते हो जी? असीं नहीं कुछ भी कह सकते। तुहाडे सवाल ने, तुसीं एयर ते आ सकते हो, पत्रकार साहब नाल ने, तुसीं पुछ सकते हो, अपना नज़रिया भी पेश कर सकते हो। लो पट्टी साहब, पहली मुढ़ली मंग ते किसानां दी यही सी ना कि रद्द कर दो, नवें सिरों तो फिर कमेटी बनाओ, साडे मैंबर लाओ, तो फिर असीं इहनूं जिहड़ा है तुसीं बना सकते हो जो बनाउणे। हुण अगे की बनदा? MSP जिहड़ी है उहदे विच शामिल हुंदी है, ਉਹਦੀ ਗਰੰਟੀ ਲੈਂਦੀ ਹੈ ਸਰਕਾਰ ਜਾਂ ਨਹੀਂ? ਪਰ ਫਿਲਹਾਲ ਤਾਂ ਇੱਕ ਜਗਤ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਵੱਡਾ ਇੱਕ ਜਿਹੜਾ ਹੈ ਅਨਾਉਂਸਮੈਂਟ ਮੰਨੀ ਗਈ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਉਹ ਨਹੀਂ ਮੰਨਦੇ ਕਿਸੇ ਦੀ, ਪਰ ਬਾਬੇ ਨਾਨਕ ਦੇ ਆਗਮਨ ਪੁਰਬ ਤੇ ਜਿਹੜੀ ਇਹ ਵੱਡੀ ਮੰਗ ਉਹਨਾਂ ਨੇ ਜਿਹੜੀ ਹੈ ਮੰਗ ਜਿਹੜੀ ਕਿਸਾਨਾਂ ਦੀ ਮੰਨ ਲਈ ਹੈ ਕਿ ਆ ਲੋ ਫੜੋ ਜੀ ਤਿੰਨੇ ਕ੍ਰਿਸ਼ੀ ਕਾਨੂੰਨ ਰੱਦ। ਹੁਣ ਨਵੀਂ ਬਣੇਗੀ ਕਮੇਟੀ, ਉਹਦੇ ਵਿੱਚ ਕੀ ਨਿਕਲਦਾ? ਦੈਟਸ ਅ ਡਿਫਰੈਂਟ ਸਟੋਰੀ। ਕਾਲਰ ਨੇ ਮੇਰੇ ਨਾਲ, ਵੈਲਕਮ ਜੀ। जी सत श्री अकाल चावला जी। सत श्री अकाल पट्टी साहब, तुहानू भी सत श्री अकाल जी। सर पट्टी साहब, चलो जो खबर आई है ਉਹਦੇ ਤੇ ਪਹਿਲਾਂ ਮੈਂ ਮੁਬਾਰਕਾਂ ਦੇ ਦਿੰਦਾ। ਤੇ ਦੂਜੀ ਗੱਲ ਸਰ ਇਹ ਆ, ਮੈਂ ਚਾਵਲਾ ਜੀ ਨਾਲ ਵੀ ਪਹਿਲਾਂ ਗੱਲ ਕਰਦਾ ਹਟਿਆ ਸੀ ਵੀ ਥੋੜਾ ਜਿਹਾ ਨਾ ਆਪਾਂ ਬਲੀਵ ਕਰਨ ਤੋਂ ਪਹਿਲਾਂ ਪਲੀਜ਼ ਮੈਂ ਮਿਹਨਤ ਕਰਦਾ ਵੀ ਮੇਰੇ ਤੋਂ ਮੇਰੀ ਗੱਲ ਨੂੰ ਕੋਈ ਨੈਗੇਟਿਵ ਨਾ ਲਿਓ। ਜਸਟ ਮੈਂ ਤੱਥ ਥੋੜਾ ਜਿਹਾ ਤਰਕ ਦੇ ਨਾਲ ਗੱਲ ਕਰ ਰਿਹਾ ਨਾ, ਪੁਰਾਣਾ ਚੀਜ਼ਾਂ ਦੇਖ ਕੇ ਕਿ ਅੱਜ ਤੱਕ ਜਦੋਂ ਵੀ ਇਲੈਕਸ਼ਨਾਂ ਤੇ ਜਦੋਂ ਵੀ ਮਿਸਟਰ ਮੋਦੀ ਸਾਹਿਬ ਨੇ ਅਨਾਉਂਸਮੈਂਟ ਕੀਤੀਆਂ, ਪੈਕੇਜ ਦਿੱਤੇ ਬਿਹਾਰ ਨੂੰ 1,75,000 ਕਰੋੜ ਦਾ, ਜੋ ਕੁਝ ਵੀ, ਕੀ ਉਹ ਕੰਪਲੀਟ ਹੋਏ? ਨੰਬਰ 1। ਨੰਬਰ ਦੂਜੀ ਸਰ ਗੱਲ ਭਈ, ਅਗਰ ਫੋਰ ਐਗਜ਼ਾਮਪਲ ਲੈਟ ਅਸ ਸੇ ਅਨਾਉਂਸ ਕਰ ਦਿੱਤਾ, ਜੇ ਤੁਸੀਂ ਡਿਟੇਲ ਸੁਣੋ, ਮੈਂ ਵੀ ਥੋੜ੍ਹਾ ਦੇਖਿਆ, ਉਹਦੇ ਵਿੱਚ ਵਰਡਿੰਗ ਅਗਰ ਤੁਸੀਂ ਦੇਖੋ ਧਿਆਨ ਨਾਲ, ਲਿਖਿਆ ਕਿ ਅਸੀਂ ਪ੍ਰਕਿਰਿਆ ਆਉਂਦੇ ਸਤਰ ਦੇ ਵਿੱਚ ਜਿਹੜਾ ਵਿੰਟਰ ਦਾ ਉਹਦੇ ਸ਼ੁਰੂ ਕਰਾਂਗੇ। ਹੁਣ ਓਕੇ ਸ਼ੁਰੂ ਕਰ ਦਿੰਦੇ ਆ, ਲੇਕਿਨ ਉਹਦੇ ਵਿੱਚ ਅਗਰ ਕਿਸੇ ਤਰ੍ਹਾਂ ਆਪਣਾ ਵੋਟਿੰਗ ਦਾ ਚੱਕਰ ਪਾ ਕੇ ਜਾਂ ਕੁਛ ਵੀ ਕਰਕੇ ਇਹ ਕੈਂਸਲ ਹੋ ਜਾਂਦੀ ਆ, ਫਿਰ ਕੀ ਹੋਊਗਾ? ਕਿਉਂਕਿ ਹੁਣ ਮੋਦੀ ਸਾਹਿਬ ਤੇ ਕੋਈ ਡਾਂਗ ਤਾਂ ਤਾਣ ਨਹੀਂ ਸਕਦਾ ਤੇ ਤੁਸੀਂ ਕਿਹਾ ਸੀਗਾ ਜੀ, ਹੁਣ ਕੀਤੇ ਕਿਉਂ ਨਹੀਂ? ਹਾਂਜੀ। ਤੇ ਹੁਣ ਤੀਜਾ ਵੀ ਅਗਰ ਜੇ ਹੋ ਵੀ ਜਾਂਦੇ, ਜਦੋਂ ਤੱਕ MSP ਦੀ ਕੋਈ ਗਰੰਟੀ ਨਹੀਂ ਤਾਂ ਉਹ ਗੱਲ ਤਾਂ ਫਿਰ ਉੱਥੇ ਰਹਿ ਗਈ, ਫਸਲਾਂ ਤਾਂ ਫਿਰ ਉੱਤੇ ਰੋਲਣੀਆਂ। ਚਲੋ ਆਪਾਂ ਛੋਟਾ ਰੱਖ ਲਈਏ ਪੱਟੀ ਸਾਹਿਬ, ਸਮਾਂ ਵੀ ਥੋੜਾ ਹੀ ਆ ਮੇਰੇ ਕੋਲ। ਤੁਸੀਂ ਗੱਲ ਜਿਹੜੀ ਕਹੀ ਆ, ਸਮਾਂ ਵੀ ਥੋੜਾ। ਫਿਲਹਾਲ ਪੱਟੀ ਸਾਹਿਬ ਕੀ ਕਹਿੰਦੇ ਸੁਣ ਲਓ ਤੁਸੀਂ। ਥੈਂਕ ਯੂ ਜੀ। ਗੱਲ ਵੀਰ ਜੀ ਨੇ ਕਹੀ ਆ ਜੀ, ਇਹ ਇਹਨਾਂ ਦੀ ਗੱਲ ਤੇ ਠੀਕ ਹੈ, ਲੇਕਿਨ ਇਸ ਵੇਲੇ ਸਰਕਾਰ ਕੌਣ? ਦੋ ਬੰਦੇ ਸਰਕਾਰ ਨੇ, ਇੱਕ ਮੋਦੀ ਤੇ ਇੱਕ ਸ਼ਾਹ, ਜਿਹਦੇ ਤੇ ਉਹਨਾਂ ਪੂਰਨੇ ਪਾਤੇ, ਉਹਦੇ ਤੇ ਬਾਕੀ ਸਾਰੇ ਅੱਖਾਂ ਮੀਚ ਕੇ ਸਾਈਨ ਕਰਦੇ ਨੇ। ਕਿਸੇ ਨੇ ਪੁੱਛਣਾ ਕੀ ਹੈ ਕੀ ਨਹੀਂ ਹੈਗਾ। ਇਹ ਗੱਲ ਠੀਕ ਹੋ, ਅਨਾਉਂਸਮੈਂਟ ਨਾਲ ਕੁਛ ਨਹੀਂ ਬਣਦਾ। ਪਹਿਲਾਂ ਤਾਂ ਜਿਹੜੀ ਕਿਸਾਨਾਂ ਦੀ ਮੰਗ ਸੀ ਉਹ ਇਹ ਸੀ, ਪਹਿਲਾਂ ਤੁਸੀਂ ਇਹਨੂੰ ਬਕਾਇਦਾ ਤੌਰ ਤੇ ਜਿਸ ਤਰੀਕੇ ਨਾਲ ਇਹ ਕਾਨੂੰਨ ਬਣਾਇਆ ਸੀ ਉਸੇ ਤਰੀਕੇ ਨਾਲ ਆਰਡੀਨੈਂਸ ਲਿਆ ਕੇ ਇਹਨੂੰ ਰੱਦ ਕਰੋ ਆਪਣੀ ਆਬਜੈਕਟਿਵ ਦੇ ਵਿੱਚ। ਫਿਰ ਇਹਨੂੰ ਬਕਾਇਦਾ ਤੌਰ ਤੇ ਲੋਕ ਸਭਾ ਚ ਲੈ ਕੇ ਜਾਓ, ਉੱਥੋਂ ਰੱਦ ਕਰਾਓ ਇਹਨੂੰ। ਫਿਰ ਤੁਹਾਨੂੰ ਦੱਸੋ ਵੀ ਰੱਦ ਕਰ ਦਿੱਤੇ। ਮਤਲਬ ਕਿਸਾਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਸੀਗਾ। ਇਹਦੇ ਬਾਰੇ ਰਾਜੇਵਾਲ ਸਭਾ ਦੁਪਹਿਰ ਨੂੰ ਜਦੋਂ ਆਪਣੀ ਸਪੀਚ ਕਰਨੀ, ਉਹਦੇ ਵਿੱਚ ਸਭ ਕੁਝ ਸਪਸ਼ਟ ਕਰ ਦੇਣਗੇ ਵੀ ਸਾਡਾ ਅਗਲਾ ਪ੍ਰੋਗਰਾਮ ਕੀ ਆ, MSP ਦੀ ਗਰੰਟੀ ਵੀ ਮਿਲੇਗੀ, ਸਭ ਕੁਛ ਮਿਲੇਗਾ। ਇਹ ਕੋਈ ਦੋ ਰਾਵਾ ਨਹੀਂ। ਤੁਸੀਂ ਅੱਜ ਦੀ ਡੇਟ ਜੇ ਸੱਤਿਆ ਹਿੰਦੀ ਇੱਕ YouTube ਚੈਨਲ ਆ ਯੂਪੀ ਦਾ, ਉਹਦੇ ਵਿੱਚ ਵੱਡੇ ਵੱਡੇ ਪੱਤਰਕਾਰ, ਐਡੀਟਰ, ਉਹ ਸਾਰੇ ਉੱਤੇ ਆਉਂਦੇ ਨੇ। ਈਵਨ ਜਿਹੜੇ BJP ਦੇ ਸਪੋਰਟਰ ਨੇ ਉਹ ਵੀ ਉੱਤੇ ਆਉਂਦੇ ਨੇ। ਇੱਕੋ ਹੀ ਗੱਲ ਕਹਿੰਦੇ ਆ ਵੀ ਕਿਸਾਨਾਂ ਦਾ ਮੁੱਦਾ ਜਿਹੜਾ ਵਾ ਉਹ BJP ਦੀ ਜੋੜਾ 'ਚ ਬਹਿ ਸਕਦਾ ਵਾ। ਜੇ BJP ਨੇ ਕਿਸਾਨ ਮਸਲਾ ਨਾ ਹੱਲ ਕੀਤਾ ਤੇ ਇਸ ਕਰ ਜਿਹੜੀ BJP ਉਹ ਲਗਭਗ ਖਤਮ ਹੋ ਜਾਏਗੀ, 4 ਸੀਟਾਂ ਲੈ ਜਾਏਗੀ। ਫਿਰ ਇੱਥੋਂ ਤੱਕ ਕਹਿੰਦੇ ਨੇ।
ਹੁਣ ਜਿਹੜੀ ਗੱਲ ਬੀਜੇਪੀ ਨੂੰ ਕੋਈ ਲਗਾਓ ਨਹੀਂ ਪੰਜਾਬ ਨਾਲ, ਕੋਈ ਲਗਾਓ ਨਹੀਂ ਉੱਤਰਾਖੰਡ ਨਾਲ, ਕੋਈ ਮਨੀਪੁਰ ਨਾਲ, ਕੋਈ ਗੋਆ ਨਾਲ ਨਹੀਂ। ਸਿਰਫ ਇੱਕੋ ਚੀਜ਼ ਚਾਹੁੰਦੇ ਵੀ ਸਾਨੂੰ ਕਿਸੇ ਯੂਪੀ ਮਿਲ ਜਾਵੇ, ਯੂਪੀ ਮਿਲਣੀ ਕਿਸਾਨਾਂ ਦੀ ਸਪੋਰਟ ਨਾਲ। ਬਾਕੀ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਸੀ ਛੋਟੀਆਂ ਜਿਹੜੀਆਂ ਖੁਰਮੀ ਲੈ ਲਓ ਜਿਹੜੀਆਂ ਉਹ ਹੀ ਹੈ, ਉਹ ਵੀ ਇਸ ਵੇਲੇ ਟੋਟਲੀ ਉਹ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਨਹੀਂ, ਉਹ ਮਹਿੰਗਾਈ ਨੂੰ ਲੈ ਕੇ ਬਹੁਤ ਖਿਲਾਫ ਨੇ ਬੀਜੇਪੀ ਦੇ ਉੱਤੇ। ਕੱਲਾ ਕਿਸਾਨੀ ਮੁੱਦਾ ਨਹੀਂ, ਲੇਕਿਨ ਕਿਸਾਨੀ ਮੁੱਦਾ ਇਸ ਕਰਕੇ ਵੱਡਾ ਬਣ ਗਿਆ ਵੀ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਕਿਸਾਨ ਥਾਂ ਜਾ ਕੇ ਜਿਹੜੇ ਪ੍ਰਚਾਰ ਕਰ ਰਹੇ ਆ। ਜੇ ਬੀਜੇਪੀ ਚ ਸਰਕਾਰ ਬਣੀ ਸੀ ਪਿਛਲੀ ਵਾਰੀ ਜਾਂ 2 ਵਾਰੀ, ਇਹ ਜਿਹੜੀ ਸੀ ਟਕੈਤਰਾਂ ਦੇ ਸਿਰ ਤੇ ਬਣੀ ਸੀ, ਇਹ ਸਾਰੇ ਕਿਸਾਨਾਂ ਦੇ ਸਿਰ ਤੇ ਬਣੀ ਸੀ। ਉਹਨਾਂ ਨੂੰ ਪਤਾ ਵੀ ਜੇ ਸਾਡੇ ਵਿਰੋਧ ਚ ਰਿਹਾ ਤਾਂ ਸਾਡਾ ਬਣਨਾ ਕੁਛ ਨਹੀਂ ਹੈਗਾ। ਮੈਂ ਪਹਿਲਾਂ ਵੀ ਕਿਹਾ ਸੀਗਾ, ਪੰਜਾਬ ਦੇ ਵਿੱਚ ਮੋਦੀ ਸਾਹਿਬ 19 ਮਹੀਨੇ ਰਹੇ ਆ, 19 ਮਹੀਨੇ ਰਹਿ ਕੇ ਇਹਨਾਂ ਪੰਜਾਬ ਦੀ ਸਾਈਕੀ ਨੂੰ ਸਮਝਿਆ, ਪੰਜਾਬ ਦੇ ਲੋਕਾਂ ਦੇ ਸੁਭਾਅ ਨੂੰ ਸਮਝਿਆ, ਪੰਜਾਬ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਲੇਕਿਨ ਕੱਲੇ ਮੋਦੀ ਨਹੀਂ, ਮੋਦੀ ਦੇ ਸਲਾਹਕਾਰ ਵੀ ਕੁਛ ਹੈਗੇ ਨੇ ਜਿਹੜੇ ਕਹਿਣ ਵਾਲੇ ਨੇ ਜੀ ਪਰਵਾਹ ਨਾ ਕਰੋ, ਕੁਛ ਨਹੀਂ ਸੰਭਾਲ ਲਾਂਗੇ, ਜੇ ਕਰ ਲਾਂਗੇ ਉਹ ਕਰ ਲਾਂਗੇ। ਮੋਦੀ ਨੇ ਹੁਣ ਸੋਚਿਆ ਵੀ ਭਾਈ ਸੰਭਾਲਣ ਦੀ ਗੱਲ ਮੁੱਕ ਗਈ ਆ। ਜੇ ਕਿਤੇ ਕਿਸਾਨੀ ਮੁੱਦਾ ਜਿੰਦਾ ਰਿਹਾ ਇਸੇ ਤਰ੍ਹਾਂ ਹੀ 24 ਵੀ ਗਈ ਤੇ 22 ਵੀ ਗਈ। ਜੇ ਯੂਪੀ ਹਾਰ ਗਏ, ਯੂਪੀ ਜਿਹੜੀ ਆ ਅੱਗੇ ਵੀ ਗੱਲ ਕਰਦੇ ਹੁੰਦੇ ਆ ਵੀ ਪ੍ਰਧਾਨ ਮੰਤਰੀ ਦੀ ਕੁਰਸੀ ਜਿਹੜੀ ਵਾਇਆ ਲਖਨਊ ਹੋ ਕੇ ਆਉਂਦੀ ਆ, 80 ਸੀਟਾਂ ਨੇ ਉੱਥੇ। ਇਸ ਕਰਕੇ ਜਿਹੜੀ ਵੀਰ ਜੀ ਦਾ ਸ਼ੰਕਾ ਬਿਲਕੁਲ ਠੀਕ ਆ। ਪਹਿਲੇ ਦਿਨ ਹੀ ਬਕਾਇਦਾ ਤੌਰ ਤੇ ਰਾਜੇਵਾਲ ਸਾਹਿਬ ਨੇ ਕਹਿ ਦਿੱਤਾ ਸੀ ਵੀ ਬਕਾਇਦਾ ਤੌਰ ਤੇ ਜਿਵੇਂ ਤੁਸੀਂ ਕਾਨੂੰਨ ਇਹਨੂੰ ਰਿਜੈਕਟ ਲਿਆਂਦਾ ਵਾ, ਪਾਸ ਕੈਬਨਿਟ ਲਿਆਂਦਾ ਵਾ, ਪਾਸ ਕੀਤਾ ਵਾ, ਉਸੇ ਤਰ੍ਹਾਂ ਨੂੰ ਰੱਦ ਕਰੋ ਤੇ ਉਸੇ ਤਰ੍ਹਾਂ ਜਾ ਕੇ ਲੋਕ ਸਭਾ ਚ ਰੱਦ ਕਰਾਓ। ਹੋ ਜਾਏਗਾ। 29 ਤਰੀਕ ਨੂੰ ਲੋਕ ਸਭਾ ਸ਼ੁਰੂ ਹੋ ਰਹੀ ਹੈ, ਹੋ ਜਾਏਗਾ, ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ। ਕੀ ਤੁਹਾਨੂੰ ਲੱਗਦਾ ਕਿ ਉਹਨਾਂ ਚਿਰ ਕਿਸਾਨ ਉੱਥੇ ਡਟੇ ਰਹਿਣਗੇ? ਮੇਰੀ ਕੋਸ਼ਿਸ਼ ਸੀਗੀ 2 ਚੰਨਾਂ ਨਾਲ ਮੈਂ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ, ਪਰ ਉਹਨਾਂ ਦੇ ਫੋਨ ਬਿਜੀ ਆ ਰਹੇ ਨੇ। ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਮੈਂ ਕੱਲ ਦੀ ਗੱਲ ਕਰਨ ਲੱਗਾ ਜੀ, ਸਾਡੇ ਜਮਹੂਰੀ ਤੇ ਕਿਸਾਨ ਯੂਨੀਅਨ ਦੇ ਡਾਕਟਰ ਹੈਗੇ ਨੇ ਸਤਨਾਮ ਸਿੰਘ ਹੋਰੀ, ਉਹਨਾਂ ਦਾ ਮੈਨੂੰ ਬਕਾਇਦਾ ਤੌਰ ਤੇ ਫੋਨ ਆਇਆ ਵੀ ਯਾਰ ਤੂੰ ਆਇਆ ਨਹੀਂ। ਮੈਂ ਕਿਹਾ ਜੀ ਮੈਂ ਅੱਗੇ 1 ਵਾਰੀ ਹੋ ਗਿਆ, ਤੂੰ 1 ਵਾਰੀ ਫੇਰ ਆ। ਕਿਉਂ? ਤੂੰ ਸਿੰਪਲ ਸਾਦੀ ਭਾਸ਼ਾ ਦੇ ਵਿੱਚ ਜਿਹੜੀ ਗੱਲ ਕਰਦਾ, ਬਿਲਕੁਲ ਤੂੰ ਕੋਈ ਲਗਾ ਨਹੀਂ ਜੀ ਸਪਸ਼ਟ ਗੱਲ ਕਰਨਾ ਤੇ ਅਸੀਂ ਚਾਹੁੰਦੇ ਵੀ ਤੈਨੂੰ 1 ਵਾਰੀ ਮੌਕਾ ਦਿੱਤਾ ਜਾਵੇ ਉੱਥੇ। ਮੈਂ ਕੋਈ ਨਹੀਂ, ਮੈਂ ਜ਼ਰੂਰ ਆਊਂਗਾ, ਮੈਂ ਠੀਕ ਨਹੀਂ, ਮੈਂ ਆਊਂਗਾ। ਲੇਕਿਨ ਉਦੋਂ ਪਹਿਲਾਂ ਪਾਤਸ਼ਾਹ ਨੇ ਕਿਰਪਾ ਕੀਤੀ, ਬੜੀ ਵੱਡੀ ਗੱਲ ਆ ਜੀ। ਅਸੀਂ ਸੋਚਦੇ ਵੀ ਬੜੀ ਵੱਡੀ ਪ੍ਰਾਪਤੀ, ਔਰ ਖਾਸ ਕਰਕੇ ਇਹਦਾ ਸਿਹਰਾ ਵੀ ਪੰਜਾਬ ਤੇ ਹਰਿਆਣੇ ਨੂੰ ਜਾਂਦਾ ਜੀ। ਚਲੋ ਆਪਾਂ ਕੁਝ ਕਾਲਸ ਫਲੈਸ਼ ਕਰ ਰਹੀਆਂ ਨੇ, ਔਰ ਮੈਨੂੰ ਇਹ ਨਹੀਂ ਪਤਾ ਕਿੰਨੇ ਵੱਜ ਕੇ ਕਿੰਨੇ ਮਿੰਟ ਤੇ ਜਿਉਂ ਹੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਇਹ ਅਨਾਉਂਸਮੈਂਟ ਕੀਤਾ 10 ਵੱਜ ਕੇ ਕੁਝ ਮਿੰਟ ਤੇ ਮੇਰੇ ਖਿਆਲ ਦੇ ਵਿੱਚ ਮਿੰਟੂ ਜੀ ਆਏ ਨੇ, ਉਦੋਂ ਉਹਨਾਂ ਦੀ ਦੂਜਾ ਕੁਐਸਚਨ ਸੀਗਾ ਕਿ ਵੱਡੇ ਬਾਦਲ ਦੇ ਚੋਣ ਲੜਨ ਦੇ ਸੰਕੇਤ ਨੇ। ਉਹਨਾਂ ਨੇ ਇਹ ਗੱਲ ਤੋਰ ਕੇ ਵਿੱਚੇ ਹੀ ਅਜੇ ਉਹਨਾਂ ਨੇ ਸਾਹ ਲਿਆ, ਸਾਹ ਲੈਂਦਿਆਂ ਹੀ ਉਹਨਾਂ ਨੇ TV ਸਾਹਮਣੇ ਲੱਗਾ ਸੀ, ਕਿਉਂਕਿ ਇਸ ਮਤਲਬ ਜੀ ਬ੍ਰੇਕਿੰਗ ਨਿਊਜ਼ ਤਾਂ ਇਸ ਤਰ੍ਹਾਂ ਹੀ ਆ, ਉਹ TV ਤੇ ਆ ਗਈ, ਅਸੀਂ ਰੇਡੀਓ ਕਰ ਰਹੇ ਸੀ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਲਾਈਵ ਚੱਲ ਰਿਹਾ ਸੀ ਸਾਡਾ ਮਿੰਟੂ ਹੁਣਾਂ ਦੇ ਨਾਲ ਟਾਕ ਸ਼ੋਅ, ਜਿਵੇਂ ਪੱਟੀ ਸਾਹਿਬ ਨਾਲ ਚੱਲਦਾ ਹੈ। ਮਿੰਟੂ ਹੁਣਾਂ ਦੀ ਚਾਂਗਰ ਨਿਕਲ ਗਈ, ਇੱਕ ਵੱਡਾ ਐਲਾਨ ਹੋ ਗਿਆ, ਬ੍ਰੇਕਿੰਗ ਨਿਊਜ਼, ਜਿਹੜੀ ਕਿ ਮਿੰਟੂ ਹੁਣਾਂ ਦਾ ਕਦੀ ਇਹ ਸਟਾਈਲ ਨਹੀਂ ਰਿਹਾ। ਉਹ ਵੀ ਪੱਟੀ ਸਾਹਿਬ ਵਾਂਗੂ ਬੜੇ ਸਹਿਜ ਦੇ ਨਾਲ, ਬੜੀ ਸਪਸ਼ਟਤਾ ਦੇ ਨਾਲ, ਬੜੀ ਮਤਲਬ ਪੁਖਤਾ ਸਬੂਤਾਂ ਦੇ ਨਾਲ ਸਾਡੀ ਸਾਰੀ ਟੀਮ, ਜਿਵੇਂ ਅਮਨ ਜੀ ਹੋ ਗਏ, ਪੱਟੀ ਸਾਹਿਬ ਹੋ ਗਏ, ਕੀਦਾ ਸਾਹਿਬ ਹੋ ਗਏ, ਔਰ ਸਤਪਾਲ ਜੌਲ ਜੀ ਹੋ ਗਏ, ਈਵਨ ਦੋ ਅੰਜੂ ਜੀ, ਮੈਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲ ਸਬੂਤ ਹੋਣੇ ਚਾਹੀਦੇ ਆ। ਕੋਈ ਵੀ ਸਾਨੂੰ ਪੱਤਰਕਾਰ ਜੁਆਇਨ ਕਰਦਾ, ਮੈਂ ਕਹਿੰਦਾ ਸਬੂਤ ਹੋਵੇ, ਡਜ਼ਨਟ ਮੈਟਰ, ਫੇਰ ਨਹੀਂ ਆਪਾਂ ਨੂੰ ਪਰਵਾਹ, ਤੁਸੀਂ ਚੱਕ ਦਿਓ। PTI ਦੀ ਨਿਊਜ਼ ਆ, ਕਿਸੇ ਏਜੰਸੀ ਦੀ ਨਿਊਜ਼ ਆ, ਅਖਬਾਰ 'ਚ ਲੱਗੀ ਆ, ਸਾਡੇ ਕੋਲ ਹੈਗਾ ਸਬੂਤ, ਆ ਲਓ ਜੀ ਅਖਬਾਰ ਦੇ ਹਵਾਲੇ ਦੇ ਨਾਲ, ਅਸੀਂ ਕਦੀ ਕ੍ਰੈਡਿਟ ਨਹੀਂ ਲੈਂਦੇ। ਉਸੇ ਵਕਤ ਜਦੋਂ TV ਤੇ ਅਨਾਉਂਸਮੈਂਟ ਸੁਣੀ ਆ, ਮਿੰਟੂ ਹੁਣਾਂ ਦੀ ਚੀਕ ਨਿਕਲ ਗਈ, ਖੁਸ਼ੀ ਦੀ ਚੀਕ, ਚਾਂਗਰ ਨਿਕਲ ਗਈ, ਜਿਹਨੂੰ ਕਹਿੰਦੇ ਆ ਵੀ ਅੱਡਾ ਅਨਾਉਂਸਮੈਂਟ ਹੋ ਗਿਆ। ਕਿਸਾਨਾਂ ਦੇ ਨਾਲ ਜੁੜੇ ਹੋਏ ਸਾਨੂੰ, ਆਪਾਂ ਸਾਰੇ ਕਿਸਾਨਾਂ ਦੇ ਜਾਏ ਆ, ਆਪਾਂ ਸਾਰੇ ਧਰਤੀ ਦੇ ਜਾਏ ਹੋਏ ਆ। ਮੋਹ ਹੈ ਅੱਜ ਬਾਬੇ ਨਾਨਕ ਦੇ ਆਗਮਨ ਪੁਰਬ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਜਿਵੇਂ ਹੀ ਅਨਾਉਂਸਮੈਂਟ ਕੀਤੀ ਗਈ, ਆਈ ਥਿੰਕ ਵਿਦਨ ਸੈਕਿੰਡ ਰੰਗਲਾ ਪੰਜਾਬ ਨੇ ਇਹ ਨਿਊਜ਼ ਅੰਤਰਰਾਸ਼ਟਰੀ ਪੱਧਰ ਤੇ ਜੋ ਸਾਨੂੰ ਸੁਣ ਰਹੇ ਸੀ, ਦੇਖ ਰਹੇ ਸੀ, ਜਿਹੜੇ ਸਾਡੇ ਚਾਹੁਣ ਵਾਲੇ ਸੀ, ਉਹਨਾਂ ਦੇ ਕੰਨਾਂ ਤੱਕ ਪਹੁੰਚੀ ਤੇ ਖੁਸ਼ੀ ਦੀ ਲਹਿਰ ਜਿਹੜੀ ਉਸੇ ਵਕਤ ਲਾਈਨਾਂ ਲਗਾਤਾਰ ਜਿਹੜੀਆਂ ਨੇ ਉਹ ਫਲੈਸ਼ ਕਰ ਰਹੀਆਂ ਨੇ। ਆਪਾਂ ਅਗਲੀ ਕਾਲ, ਈਵਨ ਦੋ ਮੈਨੂੰ ਫੋਨ ਨੰਬਰ ਵੀ ਅਨਾਉਂਸ ਕਰਨ ਦੀ ਲੋੜ ਨਹੀਂ ਪਈ ਤੇ ਕਾਲਾਂ ਖੜਕ ਰਹੀਆਂ ਨੇ। ਹਾਂਜੀ, ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਚਾਵਲਾ ਸਾਹਿਬ, ਪੱਟੀ ਸਾਹਿਬ ਜੀ। ਛੋਟਾ ਰੱਖਿਆ ਜਾਵੇ ਜੀ, ਬਿਲਕੁਲ ਛੋਟਾ ਜੀ, ਮੈਂ ਜ਼ਿਆਦਾ ਵੱਧ ਰਿਹਾ ਨਹੀਂ ਗਾ। ਪਹਿਲੀ ਗੱਲ ਤੇ ਇਹ ਹੈ ਕਿ ਪੰਜਾਬ ਦੀ ਧਰਤੀ, ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਨੇ, ਉਸ ਮਿੱਟੀ ਨੂੰ ਸਲੂਟ ਹੈ ਜੀ ਜੀ। ਦੂਜੀ ਗੱਲ ਇਹ ਹੈ ਵੀ ਜੋ ਕੁਛ ਮਰਜ਼ੀ ਹੋਵੇ, ਡਿਕਟੇਟਰ ਨਹੀਂ ਗਾ,
ਵੀ ਆਹ ਕਰ ਦੇਗਾ ਵਾਹ ਕਰ ਦੇਗਾ। ਜਿਹੜੀ ਜਿੱਤ ਹੋ ਚੁੱਕੀ ਹੈ, ਜਿਹੜਾ ਇੰਨਾ ਚਿਰ ਕਿਸਾਨ ਚਲਾ ਸਕਦੇ ਨੇ, ਸਾਨੂੰ ਬਿਲਕੁਲ ਨਿਰਾਸ਼ ਨਹੀਂ ਹੋਣਾ ਚਾਹੀਦਾ। ਪੂਰੀਆਂ ਡਿਮਾਂਡਸ ਆਪਣੇ ਪੂਰੀਆਂ ਕਰਕੇ ਪਿੱਛੇ ਹਟਣ। ਮਿਹਰਬਾਨੀ ਜੀ, ਥੈਂਕ ਯੂ ਜੀ। ਮੈਨੂੰ ਲੱਗਦਾ ਕਿ ਉਹ ਅਜੇ ਕਾਫਲਾ ਤੁਰੂਗਾ ਨਹੀਂ, ਜਿਵੇਂ ਉਹਨਾਂ ਦੀ ਸ਼ਰਤਾਂ ਨੇ ਉਹ ਪੜਨਗੇ ਕਿ ਕਿਹੜੇ ਅਨਾਉਂਸਮੈਂਟ ਹੋਈ ਹੈ, ਕਿਵੇਂ ਤੇ ਕਿਸ ਤਰੀਕੇ ਨਾਲ ਹੋਈ ਹੈ। ਹਾਂਜੀ, ਅਗਲੀ ਕਾਲ। ਹੈਲੋ। ਹਾਂਜੀ, ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ ਦਾ ਮੈਂ ਫੋਨ ਟਰਾਈ ਕਰਦਾ ਸੀ, ਮੈਨੂੰ ਪਤਾ ਲੱਗ ਗਿਆ ਵੀ ਇੱਥੇ ਹੋਣੇ ਆ, ਤੇ ਮੈਂ ਇੱਧਰ ਨੂੰ ਆ ਗਿਆ 1 ਘੰਟਾ 7 ਮਿੰਟ ਪਹਿਲਾਂ ਜਦੋਂ ਮੈਂ NDT ਕਰਾਂਗੇ। ਮੈਨੂੰ ਬੋਲਣ ਦਿਓ। ਨਹੀਂ ਤੁਸੀਂ ਨਹੀਂ ਜੀ, ਇਹ ਕੋਈ ਸਾਈਡ ਬੈਂਡ ਰੇਡੀਓ ਨਹੀਂ ਹੈ, ਤੁਸੀਂ ਬੋਲ ਸਕਦੇ ਹੋ, ਪਰ ਅਸੀਂ ਇਦਾਂ ਨਹੀਂ ਕਵਾਂਗੇ। ਤੁਸੀਂ ਨਾ ਕਹੋ। ਮੈਂ ਇੱਕ ਗੱਲ ਕਹਿਣਾ, ਜਿੰਨੇ ਕਿਸਾਨ ਸ਼ਹੀਦ ਹੋਏ ਆ 50-50 ਲੱਖ ਦਾ ਚੈੱਕ ਹੋਣੇ ਉੱਥੇ ਦਿਨ ਹੈ, ਔਰ ਫਿਰ ਜਿੰਨੇ ਹੁਣ ਤੱਕ ਖਰਚਾ ਹੋਇਆ ਲੰਗਰ ਪਾਣੀ ਤੋਂ ਲੈ ਕੇ ਜੋ ਕੁਝ ਤੇਲ ਦਾ ਖਰਚਾ, ਟਾਇਰਾਂ ਦੀ ਖਿਦਾਈ। ਜੈਦਾਰ ਜੀ 50 ਲੱਖ ਦਾ ਤੇ ਮੈਂ ਸਹਿਮਤ ਹਾਂ। ਦੇਖੋ 50 ਲੱਖ ਦਾ ਤੇ ਮੈਂ ਸਹਿਮਤ ਹਾਂ, ਸ਼ਾਇਦ ਕਰੋੜ ਵੀ ਦੇ ਦੇਵੇ। ਮੈਂ ਪੱਖ ਨਹੀਂ ਪੈਣਾ। ਇੱਕ ਮਿੰਟ ਸਾਈਡ ਬੈਂਡ ਰੇਡੀਓ ਨਹੀਂ ਆ ਇਹ, ਅਮਰੀਕਾ ਤੋਂ ਨਹੀਂ ਚੱਲਦਾ, ਅੰਡਰ ਰੂਲ ਐਂਡ ਰੈਗੂਲੇਸ਼ਨ ਕੈਨੇਡੀਅਨ ਬ੍ਰੌਡਕਾਸਟ ਹੈ, ਇਹਦੇ ਨਿਯਮ ਨੇ, ਮੈਂ ਨਿਯਮਾਂ ਨੂੰ ਫੋਲੋ ਕਰਦਾ, ਪਿਛਲੇ 25 ਸਾਲ ਹੋ ਚੱਲੇ ਨੇ। ਤੁਸੀਂ ਜਿਹੜੇ ਆ ਤੇਲ ਪਾਣੀ ਦਾ ਖਰਚਾ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੇ ਜਿਹੜੇ ਪੈਸੇ ਭੇਜੇ ਨੇ ਉਹਨਾਂ ਨੂੰ ਵਾਪਸ ਦਵਾਓਗੇ? ਮੈਂ ਤਾਂ ਇਹੀ ਕਹਿਣ ਲੱਗਾ। ਕਿਉਂ ਪੱਟੀ ਸਾਹਿਬ? ਲੋੜ ਨਹੀਂ। ਇਹ ਕਿਸਾਨ ਬਹੁਤ ਅਕਲਮੰਦ ਹੈ, ਉਹ ਸੋਚਣਗੇ। ਅਜੇ ਇੰਨੀ ਇਤਬਾਰ ਕਰਨ ਵਾਲੀ ਗੱਲ ਨਹੀਂ। ਚਲੋ ਕੋਈ ਨਹੀਂ, ਪਰ ਅਨਾਉਂਸਮੈਂਟ ਤੇ ਅਨਾਉਂਸਮੈਂਟ ਹੈ ਨਾ ਜੀ। ਨਹੀਂ ਅੱਜ ਤੱਕ ਕੋਈ ਗੱਲ ਜਿਹੜੀ ਮੂੰਹੋਂ ਕਹੀ ਹੈ, ਇਹ ਤਾਂ ਕਹਿੰਦੇ ਮੈਂ ਚੌਂਕ 'ਚ ਖੜ ਕੇ ਉੱਥੇ ਮੇਰੇ ਗੋਲੀ ਮਾਰ ਦਿਓ, ਉਹ ਫੇ ਖੜਾ ਨਾ। ਚਲੋ ਮਿਹਰਬਾਨੀ ਜੀ। ਐਨਵੇ ਥੈਂਕ ਯੂ ਜੀ। ਅਸੀਂ ਅੱਜ ਦੇ ਦਿਨ ਨੂੰ ਇਦਾਂ ਮਨਾਉਂਦੇ ਹਾਂ ਖੁਸ਼ੀਆਂ ਦੇ ਨਾਲ। ਥੈਂਕ ਯੂ ਜੀ। ਹੈਲੋ, ਅਗਲੀ ਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੁਬਾਰਕਾਂ ਜੀ, ਪੱਟੀ ਸਾਹਿਬ ਨੂੰ ਮੁਬਾਰਕਾਂ ਤੇ ਤੁਹਾਨੂੰ ਮੁਬਾਰਕਾਂ ਜੀ। ਮੁਬਾਰਕਾਂ। ਹਾਂਜੀ ਹਾਂਜੀ। ਤੇ ਮੈਂ ਕਿਹਾ ਉਹ ਕਿਸਾਨ ਇੰਨੇ ਦੂਏ ਕੱਚੇ ਨਹੀਂ ਹੈਗੇ, ਕੱਚੇ ਨਹੀਂ ਹੈਗੇ। ਬਿਲਕੁਲ ਕੱਚੇ ਨਹੀਂ ਹੈਗੇ ਜੀ। ਆਪਾਂ ਖੁਸ਼ੀ ਦੇ ਪਲ ਨੂੰ ਖੁਸ਼ੀ 'ਚ ਲਈਏ। ਕਿਸਾਨ ਜਿਹੜੇ ਨੇ ਸਾਡੇ ਨਾਲੋਂ, ਜਿਹੜੇ ਜਿਨ੍ਹਾਂ ਨੇ ਇਹ ਖੁਰਾ ਖੋਜ ਕੱਢਿਆ ਉਹ ਵਿਕੇ ਨਹੀਂ, ਕਹਿੰਦੇ ਵੇਗੇ, ਉਹ ਉਦੋਂ ਹੀ ਮੂੰਹ ਬੰਦ ਕਰ ਸਕਦੇ ਸੀ। ਮੈਂ ਤਾਂ ਕਈ ਵਾਰੀ ਕਿਹਾ, ਜਿਹੜੇ ਇੰਨੇ ਖੁੱਲ੍ਹ ਕੇ ਸਿਰੜੇ ਦੇ ਨਾਲ ਕੱਲੀ ਗੱਲ ਦਾ ਜਵਾਬ ਦੇ ਰਹੇ ਨੇ, ਜੋ ਵਿਕਣ ਵਾਲੇ ਹੁੰਦੇ ਉਦੋਂ ਵਿਕ ਜਾਂਦੇ। ਬੜਾ ਪਾਣੀ ਪੀ ਕੋਸਿਆ ਲੋਕਾਂ ਨੇ, ਬੜਾ ਕੁਝ ਕਿਹਾ ਉਹਨਾਂ ਦੇ ਖਿਲਾਫ, ਬੜਾ ਕੁਝ ਬੋਲਿਆ ਗਿਆ, ਪਰ ਉਹ ਵਿਕਣ ਵਾਲੇ ਹੁੰਦੇ ਤੇ ਅੰਦਰ ਖਾਤੇ ਵਿਕ ਜਾਂਦੇ। ਸਾਡੇ ਕੋਲ ਆ ਕੁਝ ਹੈਗਾ ਹੀ ਲੱਗੇ ਮੋਰਚੇ ਖੜੇ ਕਰਨ। ਪਰ ਪਰ ਅੱਜ ਦਾ ਦਿਨ ਖੁਸ਼ੀਆਂ ਵਾਲਾ ਦਿਨ ਆ। ਉਹ ਏਡੇ ਭੋਲੇ ਨਹੀਂ ਕਿ ਏਡੀ ਛੇਤੀ ਵਾਪਸ ਆ ਜਾਣਗੇ ਵੀ ਇਹ ਬਿਆਨ ਦੇਤਾ ਤੇ ਅਸੀਂ ਚੱਲੇ ਆ, ਚੁੱਲੀ ਬਿਸਤਰਾ ਲਪੇਟ ਲੈਣਗੇ। ਆਪਣੀ ਉਹ ਪੜ੍ਹਨਗੇ ਵੀ ਸਟੇਟਮੈਂਟ ਕੀ ਆ, ਲਿਆਓ ਸਾਨੂੰ ਕੀ ਦਿੰਦੇ ਹੋ, ਫਿਰ ਅਸੀਂ ਜਾਵਾਂਗੇ। ਕਾਨੂੰਨ ਦੇ ਵਿੱਚ ਵੀ ਇੱਕ ਕੋਡ ਦੇ ਵਿੱਚ ਵੀ ਹੈ ਮਸਲਾ, ਏਡੀ ਛੇਤੀ ਨਹੀਂ ਆਉਣ ਵਾਲੇ ਉਹ। ਹਾਂਜੀ, ਲਾਸਟ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੱਟੀ ਸਾਹਿਬ, ਜਿਹੜਾ ਤੇ ਚਲੋ ਜਿਵੇਂ ਆਪਣੇ ਪਹਿਲੇ ਕਾਲਰ ਕਹਿ ਗਏ ਨੇ ਵੀ ਸਾਰਾ ਕੁਛ ਹੀ ਸਾਨੂੰ ਉਹ ਤਾਂ ਨਹੀਂ ਇਨਵੈਂਟ ਨਹੀਂ ਕਦੇ ਵੀ ਕੋਈ ਵੀ ਰਿਕਵਰ ਹੁੰਦਾ, ਜਦੋਂ ਕਾਨੂੰਨ ਵਾਪਸ ਹੋ ਜਾਣ ਇੰਨਾ ਹੀ ਬਹੁਤ ਆ, ਹੈ। ਤੇ ਦੂਜੀ ਗੱਲ ਪੱਟੀ ਸਾਹਿਬ ਤੁਹਾਨੂੰ ਪੁੱਛਣਾ ਸੀਗਾ ਵੀ ਪਤੀ ਪਤਨੀ ਦਾ ਹੁਣ ਮੇਲ ਦੁਬਾਰਾ ਵਾਪਸ ਹੋ ਜਾਏਗਾ, ਜਿਹੜਾ ਕਾਨੂੰਨਾਂ ਕਰਕੇ ਵਿਛੜ ਗਏ ਸੀ ਦੋਨੋਂ? ਇਹ ਦੱਸੋ ਯਾਰ। ਨਹੀਂ, ਕਾਨੂੰਨਾਂ ਕਰਕੇ ਪਤੀ ਦਾ ਵਿਛੋੜਾ ਨਹੀਂ ਪਿਆ, ਵਿਛੋੜੇ ਹੋਰ ਤਰੀਕੇ ਨਾਲ ਪਏ ਨੇ। ਟੁੱਟੇ ਕਦੋਂ ਸੀਗੇ? ਤੁਹਾਡੀ ਇੱਕ ਦੀ ਬਦਲੀ ਜਿਹੜੀ ਉਹ ਕਲਕੱਤੇ ਹੋ ਗਈ, ਦੂਜੀ ਦੀ ਬੰਬੇ ਹੋ ਗਈ, ਫਰਕ ਲੱਗ ਪਿਆ, ਬਾਕੀ ਕੁਛ ਨਹੀਂ ਹੋਇਆ। ਹਾਂਜੀ, ਅਗਲੀ ਕਾਲ ਜੀ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਵਧਾਈਆਂ ਚਾਵਲਾ ਸਾਹਿਬ ਜੀ। ਜੀ ਭੱਟੀ ਸਾਹਿਬ ਨੂੰ ਵਧਾਈਆਂ ਜੀ। ਤੁਹਾਨੂੰ ਵਧਾਈਆਂ ਵੀਰ ਜੀ। ਹਾਂਜੀ, ਮੈਂ ਭੱਟੀ ਸਾਹਿਬ ਨੂੰ ਇਹ ਸੀ ਜੀ, ਹੁਣ ਮੇਰਾ ਵੀ ਇੱਕ ਮਸਲਾ ਹੱਲ ਕਰਦੇ ਹੋਏ, ਦੂਜੇ ਆਪਣੇ ਲਗਾਨ ਨੂੰ ਵੀ ਟਿਕਟ ਦਵਾ ਦਿਓ ਹੁਣ। ਲਓ ਜੀ, ਹੋਰਾਂ ਨੂੰ ਹੋ ਰਹੀ ਸੀ, ਇਹਨਾਂ ਨੂੰ ਆਪਣੀ। ਅਗਲੀ ਕਾਲ, ਸੈਕਿੰਡ ਲਾਸਟ ਕਾਲ ਜੀ। ਹੈਲੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ, ਪੱਟੀ ਸਾਹਿਬ, ਵਧਾਈਆਂ ਹੋਣ। ਠੀਕ ਹੈ, ਜ਼ਰੂਰ ਆਪਣਾ ਕਿਸਾਨ ਜ਼ਰੂਰ ਇਹਦੇ ਬਾਰੇ ਸੋਚਣਗੇ, ਉਸ ਤਰ੍ਹਾਂ ਤਾਂ ਨਹੀਂ ਨਿਕਲਣਗੇ ਬਹੁਤ, ਪਰ ਜੋ ਉਹਨੇ ਕਿਹਾ ਵੇ, ਜੇ ਉਹ ਨਹੀਂ ਮੰਨਿਆ ਅੱਜ ਤੋਂ ਬਾਅਦ, ਜੇ ਫਿਰ ਆਪਣਾ ਜੇ ਰਿਪੀਲ ਨਾ ਕੀਤੇ ਜੇ ਆਪਣਾ, ਤੇ ਉਹਦੇ ਬਾਅਦ ਫਿਰ ਦੁਬਾਰਾ ਵੀ ਆਪਣਾ ਹੋ ਸਕਦਾ ਹੈ। ਐਸੀ ਕੋਈ ਵੱਡੀ ਗੱਲ ਨਹੀਂ ਹੈ, ਪਰ ਫਾਰਮਰ ਇੰਨੀ ਛੇਤੀ ਵਾਪਸ ਨਹੀਂ ਚੱਲੇ ਜਦ ਤੱਕ ਸਭ ਕੁਝ ਹੋ ਨਹੀਂ ਜਾਂਦਾ। ਬਿਲਕੁਲ ਜੀ, ਬਿਲਕੁਲ ਸਹੀ। ਪਰ ਵਧਾਈਆਂ ਨੇ,
ਵਧਾਈਆਂ ਨੇ, ਦੋਵਾਂ ਸਾਈਡਾਂ ਨੂੰ ਵਧਾਈਆਂ ਨੇ। ਬਾਕੀ ਸਭ ਆਪਣਾ ਮਿਹਰਬਾਨੀ। ਰਾਜਨੀਤਿਕ ਜਿਹੜੀਆਂ ਨੇ ਸੋਚਾਂ ਬਿਆਨ ਹੁੰਦੇ ਨੇ, ਇਹ ਛੋਟਾ ਜਿਹਾ ਬਿਆਨ ਨਹੀਂ ਕਿ ਐਡੀ ਛੇਤੀ ਤੁਰ ਪੈਣਗੇ ਕਿ ਉਹ ਨਿੱਕੇ ਜਿਹੇ ਬੱਚੇ ਨੇ ਕਿਸਾਨ ਯਾ ਲੋ ਲੋਲੀਪੌਪ ਦੇਤਾ ਚੱਲ ਪੁੱਤ ਅੰਦਰ। ਹਾਂਜੀ, ਏਦਾਂ ਨਹੀਂ ਹੁੰਦਾ। ਵਰਲਡ ਵਾਈਡ ਵਿਸ਼ਵ ਭਰ ਦੇ ਵਿੱਚ ਇਹਦੀ ਚਰਚਾ ਹੈ, ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਔਰ ਪਾਰਲੀਮੈਂਟ ਤੱਕ, ਅਮਰੀਕਾ ਦੀ ਪਾਰਲੀਮੈਂਟ, ਯੂਕੇ ਦੀ ਪਾਰਲੀਮੈਂਟ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਹੋਰ ਦੇਸ਼ਾਂ ਦੇ ਵਿੱਚ ਸਾਰਿਆਂ ਨੂੰ ਪਤਾ ਕੀ ਹੋ ਰਿਹਾ ਉੱਥੇ। ਤੇ ਭਾਰਤੀ ਪ੍ਰਧਾਨ ਮੰਤਰੀ ਦਾ ਬਿਆਨ ਕੱਲਾ ਹਿੰਦੀ ਦੇ ਵਿੱਚ ਨਹੀਂ ਹੈ, ਹੁਣ ਤੱਕ ਤੇ ਸਾਰੀਆਂ ਭਾਸ਼ਾਵਾਂ ਦੇ ਵਿੱਚ ਸੋਸ਼ਲ ਨੈਟਵਰਕ ਮੀਡੀਆ ਤੇ ਪੈ ਵੀ ਗਿਆ। ਇਹ ਮਤ ਸੋਚੋ ਕਿ ਰੰਗਲਾ ਪੰਜਾਬ ਪਿਛਲੇ 1 ਘੰਟੇ ਤੋਂ ਕਾਲ ਲੈ ਰਿਹਾ, 1 ਘੰਟੇ ਤੋਂ ਉੱਤੇ 1.5 ਘੰਟਾ ਕੋਈ ਕਮਰਸ਼ੀਅਲ ਨਹੀਂ ਲਾਈ, ਤੁਹਾਡੀਆਂ ਸਾਰੀਆਂ ਕਾਲਾਂ ਫਲੈਸ਼ ਕਰ ਰਹੀਆਂ ਨੇ, ਜਿਹੜੀ ਕਿ ਕੱਲ ਵੀ ਖੜਕਣੀ ਸਾਨੂੰ ਪਤਾ ਸਾਰਾ ਦਿਨ, ਹੈ ਨਾ। ਬਟ ਤੁਸੀਂ ਇਹ ਦੇਖੋ ਕਿ ਹਰ ਇੱਕ ਮੀਡੀਆ ਕਰਮੀ ਇਸ ਚੀਜ਼ ਦੀ, ਮੈਂ ਵੀ ਕੋਸ਼ਿਸ਼ ਕਰਦਾ ਕਿ ਵੱਧ ਤੋਂ ਵੱਧ ਸਾਡੇ ਸਰੋਤਿਆਂ ਨੂੰ ਪਤਾ ਲੱਗੇ। ਹਰ ਇੱਕ ਮੀਡੀਆ ਨੇ ਸੋਚਣਾ ਕਿ ਮੇਰੇ ਚਾਹੁਣ ਵਾਲੇ, ਮੇਰੇ ਰੇਡੀਓ ਟੈਲੀਵਿਜ਼ਨ ਦੇ ਦਰਸ਼ਕਾਂ ਸਰੋਤਿਆਂ ਨੂੰ ਇਹ ਖਬਰ ਪਹੁੰਚੇ ਵੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦਾ ਇਹ ਫੈਸਲਾ ਆ ਗਿਆ, ਚਾਹੇ ਉਹ ਕਿਸੇ ਵੀ ਭਾਸ਼ਾ ਦੇ ਵਿੱਚ ਅਖਬਾਰ ਹੈ, ਕਿਸੇ ਵੀ ਭਾਸ਼ਾ ਵਿੱਚ ਰੇਡੀਓ ਹੈ। ਤੁਸੀਂ ਦੇਖ ਲਿਓ CNN, BBC ਨੇ ਵੀ ਖਬਰ ਲਾਉਣੀ ਹੈ, ਕੱਲ ਨੂੰ CP24 ਤੇ ਦੇਖ ਲਿਓ ਤੁਸੀਂ ਖਬਰ ਲੱਗੀ ਹੋਊਗੀ। ਕਿਉਂ? ਕਿਉਂਕਿ ਇੱਕ ਬਹੁਤ ਅਹਿਮ, ਵੱਡਾ ਤੇ ਮਹੱਤਵਪੂਰਨ ਫੈਸਲਾ। 12 ਵੱਜ ਕੇ ਕੁਝ ਮਿੰਟ ਹੋ ਗਏ ਨੇ, ਤਾਂ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਨੇ। 1-2 ਕਾਲਾਂ ਹੋਰ ਲੈਣੀਆਂ ਨੇ, ਕਿਉਂਕਿ ਸਵੇਰੇ ਸਵਖਤੇ ਉੱਠ ਕੇ ਆਪਾਂ ਬਾਬੇ ਨਾਨਕ ਦੇ ਆਗਮਨ ਪੁਰਬ ਦੇ ਮੌਕੇ ਤੇ ਕਾਲਾਂ ਲੈਣੀਆਂ ਨੇ ਤੇ ਆਪਾਂ ਫੰਡ ਰੇਜ ਵੀ ਕਰਨਾ। ਹਾਂਜੀ, ਅਗਲੀ ਕਾਲ ਜੀ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ, ਸਤਿ ਸ਼੍ਰੀ ਅਕਾਲ। ਉਹ ਨੈਟ ਤੇ ਲੱਗਾ, ਨੈਟ ਤੇ ਸਪੀਚ ਦਿੰਦਾ ਜੀ ਹੁਣ। ਚਲੋ ਨੈਟ ਤੇ ਵੀ ਆਉਣੀਆਂ ਨੇ ਨਾਲ ਨਾਲ, ਨੈਟ ਤੇ ਆ ਗਿਆ, ਉਹ ਦਿਨ ਲੱਗ ਬੋਲਦਾ। ਮਿਹਰਬਾਨੀ, ਸੁਣੋ ਫਿਰ ਸੁਣੋ। ਥੈਂਕ ਯੂ। ਅਗਲੀ ਕਾਲ ਪਲੀਜ਼। ਹੈਲੋ ਚਾਵਲਾ ਸਾਹਿਬ, ਸਾਡੇ ਕਿਸੇ ਨੇ ਪੱਕੇ ਦੱਸਣ ਹੈਗੇ ਅਜਮੇਰ ਸਿੰਘ ਬੈਂਸ। ਹਾਂਜੀ, ਅਜਮੇਰ ਸਿੰਘ ਬੈਂਸ ਜਿਹੜੇ ਆ, ਇਹ ਕਪੂਰਥਲੇ ਚ ਇਹਨਾਂ ਦਾ ਪਿੰਡ ਆ ਤੇ ਪਿੰਡ ਦੇ ਸਰਪੰਚ ਰਹੇ ਨੇ 2 ਵਾਰੀ। ਇਹਨਾਂ ਦਾ ਬੇਟਾ ਇੱਥੇ ਕੈਨੇਡਾ ਚ ਬੜਾ ਵੱਡਾ ਵਕੀਲ ਹੈ, ਦੂਜੇ ਬੇਟੇ ਦੀ ਟਰਾਂਸਪੋਰਟ ਹੈ। ਤੇ ਮੈਨੂੰ ਉਹਨਾਂ ਦਾ ਬਕਾਇਦਾ ਤੌਰ ਤੇ ਫੋਨ ਆਇਆ, ਮੈਨੂੰ ਕਹਿੰਦੇ ਭੱਟੀ ਸਾਹਿਬ ਮੈਂ ਵਿਆਹ ਦੇ ਵਿੱਚੋਂ ਨਿਕਲ ਕੇ ਤੁਹਾਨੂੰ ਫੋਨ ਕਰ ਰਿਹਾ ਵੀ ਜਿਹੜੀ ਮੋਦੀ ਨੇ ਕਿਹਾ ਠੀਕ ਹੈ। ਮੈਂ ਕਿਹਾ ਬਿਲਕੁਲ ਠੀਕ ਹੈ। ਗਾ ਉਹਨਾਂ ਗੱਲ ਜਿਹੜੀ ਕਿਉਂ ਸੁਣਨ ਵਾਲੀ, ਕਹਿੰਦੇ ਭੱਟੀ ਸਾਹਿਬ ਮੈਨੂੰ ਤੇ ਵਧਾਈ ਦੇ ਪਾਤਰ, ਰੰਗਲਾ ਪੰਜਾਬ ਤੇ ਤੁਸੀਂ ਇੱਕ ਵਾਰੀ ਨਹੀਂ ਕਿਹਾ ਵੀ ਕਿਸਾਨ ਜਿਹੜੇ ਨਹੀਂ ਜਿੱਤਣਗੇ, ਤੁਸੀਂ ਹਮੇਸ਼ਾ ਕਿਹਾ ਕਿਸਾਨ ਜਿੱਤ ਕੇ ਜਾਣਗੇ, ਕਿਸਾਨ ਜਿੱਤ ਕੇ ਜਾਣਗੇ, ਕਿਸਾਨ ਜਿੱਤ ਕੇ ਜਾਣਗੇ। ਜੀ 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 ਜੀ। ਇਸ ਕਰਕੇ ਮੈਂ ਸੋਚਦਾ ਵੀ ਰੇਡੀਓ ਤੋਂ ਸਾਡੇ ਤੋਂ ਟੀਵੀ ਦੀ ਜਿਹੜੀ ਹੈ ਇਸ ਗੱਲ ਦਾ ਵੀ ਮਾਣ ਮੇਰੇ ਜੀ, ਬਹੁਤ ਸਾਰੇ ਕਈਆਂ ਥਾਵਾਂ ਤੇ ਸਿੰਘ ਫਸੇ ਨੇ। ਅਸੀਂ ਕਹਿੰਦੇ ਸੀ ਵੀ ਇਹ ਵਾਪਸ ਲੈਣੇ ਪੈਣੇ ਆ, ਵਾਪਸ ਲੈਣੇ ਪੈਣੇ ਆ, ਵਾਪਸ ਲੈਣੇ ਪੈਣੇ ਆ। ਔਰ ਵੇਖੋ ਜਿਹੜਾ ਮੁੱਢਲਾ ਸਟੈਪ ਵਾ ਉਹਦੇ ਵਾਪਸ ਹੋ ਗਿਆ, ਮੁੱਢਲਾ ਸਟੈਪ। ਹੁਣ ਅਗਲੀ ਕਮੇਟੀ ਬਣੂਗੀ ਨਾ, ਉਹ ਕਮੇਟੀ ਤੇ ਕਿਸਾਨਾਂ ਦੀ ਵੀ ਮੰਗ ਆ ਵੀ ਉਹ ਕਮੇਟੀ 'ਚ ਕਿੰਨੇ ਮੈਂਬਰ ਲੈਂਦੇ ਨੇ, ਕੀ ਅਗਲੇ ਉਤਰਾ ਚੜਾ ਰਹੇ, ਦੈਟਸ ਅ ਡਿਫਰੈਂਟ ਸਟੋਰੀ। ਪਰ ਜੇ ਇਹ ਕ੍ਰਿਸ਼ੀ ਕਾਨੂੰਨ ਅੱਜ ਨੈਸ਼ਨਲ ਮੀਡੀਆ ਤੇ ਅੰਤਰਰਾਸ਼ਟਰੀ ਮੀਡੀਆ ਤੇ ਬਿਆਨ ਦੇ ਕੇ ਭਾਰਤੀ ਪ੍ਰਧਾਨ ਮੰਤਰੀ ਸਾਹਿਬ ਵਾਪਸ ਲੈਂਦੇ ਨੇ, ਤਾਂ ਉਹ ਆਪਣੇ ਕਿਰਦਾਰ ਨੂੰ, ਆਪਣੇ ਕੱਦ ਨੂੰ ਛੋਟਾ ਨਹੀਂ ਕਰਨਗੇ, ਉਹ ਝੂਠਾ ਸਾਬਤ ਨਹੀਂ ਹੋਣਗੇ, ਕਿਉਂਕਿ ਉਹਨਾਂ ਨੇ ਵਿਸ਼ਵ ਦੇ ਵਿੱਚ ਆਪਣਾ ਇੱਕ ਨਾਂ ਬਣਾ ਲਿਆ। ਤੇ ਉਹ ਚਾਹੇ ਉਹ ਕ੍ਰਿਸ਼ੀ ਕਾਨੂੰਨ ਦੇ ਹੱਕ ਦੇ ਵਿੱਚ ਭੁਗਤ ਕੇ, ਉਹਨਾਂ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਵੇਖੋ ਅਜੇ ਤੱਕ ਕੁਛ ਕਿਸ ਤਰੀਕੇ ਨਾਲ। ਕਈ ਵਾਰੀ ਮਤਲਬ ਇਹੋ ਜਿਹੇ ਉਤਰਾ ਚੜ੍ਹਾਅ ਆਏ ਨੇ, ਪਰ ਕਿਤੇ ਮਹਿਸੂਸ ਕੀਤਾ ਹੋਊਗਾ ਉਹਨਾਂ ਨੇ, ਜਾਂ ਹੁਣ ਇੰਝ ਲੱਗਾ ਕਿ ਅੱਜ ਮੌਕਾ ਹੈ ਬਾਬੇ ਨਾਨਕ ਦੇ ਆਗਮਨ ਪੁਰਬ ਦਾ। ਜਾਂ ਕੱਲ ਕਹਿੰਦੇ ਯੂਪੀ ਦੇ ਵਿੱਚ ਕੁਰਸੀਆਂ ਬੜੀਆਂ ਖਾਲੀ ਰਹੀਆਂ ਨੇ, ਕਿਤੇ ਝੰਜੋੜਾ ਬੰਦੇ ਨੂੰ ਹਲੂਣਾ ਜਿਹਾ ਵੱਜਦਾ ਨਾ ਵੀ ਆਹ ਕੀ ਹੋ ਰਿਹਾ, ਕਿੱਥੇ ਮੇਰੀ ਮਤਲਬ ਜਿੱਧਰ ਨੂੰ ਮੈਂ ਜਾਂਦਾ ਉੱਧਰ ਨੂੰ ਲੋਕ ਵਹੀਰਾਂ ਕੱਢ ਕੇ ਪਹੁੰਚਦੇ ਨੇ, ਤੇ ਯੂਪੀ ਦੇ ਵਿੱਚ ਕੁਰਸੀਆਂ ਖਾਲੀ ਨੇ ਏਡੀ ਵੱਡੀ ਤਾਦਾਦ ਦੇ ਵਿੱਚ। ਬੰਦੇ ਨੂੰ ਕਿਤੇ ਨਾ ਕਿਤੇ ਝਟਕਾ ਲੱਗਦਾ। ਆਪਾਂ ਸੈਕੰਡ ਲਾਸਟ ਕਾਲ ਲੈ ਲੈਣੇ ਜੀ। ਹੈਲੋ, ਹਾਂਜੀ ਚਾਵਲਾ ਜੀ ਤੇ ਪੱਟੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਭ ਨੂੰ ਪਹਿਲਾਂ ਤਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਸਭ ਨੂੰ। ਤੁਹਾਨੂੰ ਵੀ ਜੀ, ਤੁਹਾਨੂੰ ਵੀ ਸ਼ੁਕਰੀਆ ਜੀ। ਸੈਕੰਡ ਜਿਹੜਾ ਹੋਰ ਡਬਲ ਹੋ ਗਿਆ, ਇਹ ਆਪਣਾ ਜਿੱਤ ਹੋਈ ਹੈ ਕਿਸਾਨਾਂ ਦੀ। ਇਹਦੇ ਚ ਚਾਵਲਾ ਜੀ ਇੱਕ ਹੈਗਾ ਕੁਐਸਚਨ ਵੀ, ਜਿਵੇਂ ਤੁਸੀਂ ਵੀ ਕਿਹਾ ਵੀ ਉਹਨੂੰ ਹਜੇ ਆਉਂਦੇ ਨਹੀਂ, ਕਿਸਾਨ ਆਉਣਾ ਵੀ ਨਹੀਂ ਚਾਹੀਦਾ ਏਡੀ ਛੇਤੀ, ਜਿੰਨਾ ਚਿਰ ਪਾਰਲੀਮੈਂਟ ਦਾ ਇਜਲਾਸ ਬੁਲਾ ਕੇ ਉਹਨਾਂ ਨੂੰ ਪ੍ਰੋਪਰ ਉਹਨਾਂ ਨੂੰ ਜਿੱਦਾਂ ਲਾਗੂ ਬਣਾਏ ਸੀ ਉਦਾਂ ਉਹਨਾਂ ਨੂੰ ਕੈਂਸਲ ਨਹੀਂ ਕਰਦੇ। ਬਿਲਕੁਲ ਬਿਲਕੁਲ। ਹਾਂਜੀ, ਤੇ ਦੂਸਰੀ ਗੱਲ ਜਦੋਂ ਮਿੰਟੂ ਜੀ ਨੇ ਗੱਲ ਖਬਰ ਸੁਣਾਈ ਆ, ਇਹ ਤੁਸੀਂ ਯਕੀਨ ਮੰਨਿਓ ਮੈਂ ਟਰੱਕ ਚਲਾ ਰਿਹਾ ਸੀ ਉਦੋਂ, ਤੇ ਪਹਿਲਾਂ ਤਾਂ ਮੈਂ ਦੋਵੇਂ ਹੱਥ ਛੱਡ ਕੇ ਕਲੈਪਿੰਗ ਕੀਤੀ। ਓਏ ਹੋਏ। ਹਾਂਜੀ, ਵੀ ਮੈਂ ਰਿਜਕ ਦੀ ਕਸਮ ਖਾਨਾ, ਮੇਰੇ ਦੰਦ ਦਾ ਦਰਦ ਹੋ ਰਿਹਾ ਸੀ ਮਿੱਠਾ ਮੱਠਾ, ਮੈਨੂੰ ਉਹ ਫੀਲ ਜਿਹਾ ਹੋ ਰਿਹਾ ਸੀ ਕਾਫੀ। ਤੇ
ਡੇਢ ਪੌਣੇ 2 ਘੰਟੇ ਪਹਿਲਾਂ ਦੀ ਗੱਲ ਆ ਪੱਟੀ ਸਾਹਿਬ ਮੇਰੇ ਖਿਆਲ ਦੇ। ਮੈਨੂੰ ਉਦੋਂ ਤੁਸੀਂ ਮੰਨਿਓ ਜਦੋਂ ਖਬਰ ਸੁਣੀ ਉਹ ਮੈਨੂੰ ਉਸ ਤੋਂ ਬਾਅਦ ਦਰਦ ਫੀਲ ਹੀ ਨਹੀਂ ਹੋਇਆ ਜੀ। ਬਿਲਕੁਲ ਉਸੇ ਤਰ੍ਹਾਂ ਪੱਟੀ ਸਾਹਿਬ ਮੇਰਾ ਨਾ ਲੱਕ ਬਹੁਤ ਦਰਦ ਹੋ ਰਿਹਾ ਕਿਉਂਕਿ ਆਪਣੀ ਸਿਟਿੰਗ ਜੌਬ ਜ਼ਿਆਦਾ, ਮੈਂ ਬੈਕ ਹੀਟ ਪੈਕ ਲਾ ਕੇ ਬੈਠਾ ਹੋਇਆ ਸੀ ਪਿੱਛੇ, ਹੀਟ ਪੈਕ। ਤੇ ਮੈਂ ਅੰਜੂ ਜੀ ਨੂੰ ਵੀ ਕਿਹਾ ਸੀਗਾ ਕਿ ਮੇਰਾ ਪ੍ਰੋਗਰਾਮ ਕਰਨ ਨੂੰ ਦਿਲ ਨਹੀਂ ਕਰ ਰਿਹਾ, ਟੈਕਨੀਸ਼ੀਅਨ ਨੂੰ ਵੀ ਕਹਿ ਰਿਹਾ ਸੀ ਮੇਰੀ ਬੈਕ ਬਹੁਤ ਪ੍ਰੋਬਲਮ ਆ, ਇੱਥੋਂ ਦਰਦ ਹੋ ਰਹੀ ਆ, ਬਟ ਚਲੋ ਸਮਹੋ ਮੈਂ ਆਰਟੀਕਲ ਸਕਿਪ ਕਰਤਾ, ਅੱਜ ਆਰਟੀਕਲ ਨਹੀਂ ਪੜ੍ਹਿਆ ਕਿਉਂਕਿ ਮੈਂ ਕਹਿਣਾ ਸੀ ਚਲੋ ਸ਼ੋਅ ਚੱਲਦਾ ਰਹੇ, ਸ਼ੋਅ ਮਸਟ ਗੋ ਔਨ। ਹਾਂਜੀ ਜੀ ਇਹਦੇ ਪਿੱਛੇ ਭਾਜੀ ਇਲੈਕਸ਼ਨ ਦਾ ਰੀਜਨ ਹੋਵੇ ਜਾਂ ਹੋਰ ਕੋਈ ਹੋਵੇ, ਪਰ ਜਿਹੜਾ ਮੈਸੇਜ ਗਿਆ ਉਹ ਬਹੁਤ ਵਧੀਆ ਗਿਆ ਸਾਰੀ ਜੀ। ਜਦੋਂ ਹੀ ਮਿੰਟੂ ਜੀ ਨੇ ਖਬਰ ਸੁਣਾਈ ਆਪਾਂ 5 ਮਿੰਟ ਓਵਰ ਵੀ ਚੱਲ ਗਏ ਆ, ਪਰ ਵੇਖ ਲਓ ਕਿੰਨੀ ਚੜ੍ਹਦੀ ਕਲਾ ਦੇ ਨਾਲ ਕਾਲਾਂ ਆਈਆਂ ਨੇ ਤੇ ਆਪਾਂ ਕਿੰਨਾ ਸੋਹਣਾ ਪ੍ਰੋਗਰਾਮ ਵਧਾਈਆਂ ਦਿੱਤੀਆਂ ਨੇ। ਅੱਜ ਇਹ ਵੀ ਆ ਵੀ ਜੇ ਕੋਈ ਚੰਗਾ ਕੰਮ ਆ ਤਾਂ ਚੰਗੇ ਕੰਮ ਦੀ ਸਿਫਤ ਯਾਰ ਕਰਨੀ ਚਾਹੀਦੀ ਹੈ। ਚਾਹੇ ਵੇਖ ਲਓ ਵੈਨਕੂਵਰ ਤੋਂ ਜਹੇਦਾਰ ਸਾਹਿਬ ਦਾ ਬਿਆਨ ਸੀ ਖਾਲਸਾ ਜੀ ਦਾ, ਮੈਂ ਉਹ ਗੱਲਾਂ ਆਪਾਂ ਕਰ ਚੁੱਕੇ ਹਾਂ ਹੈ ਨਾ। ਮਤਲਬ ਹੁਣ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਸੋਚਣਾ ਕਿ ਸਹੀ ਆ ਯਾਰ, ਦੂਜੇ ਪਾਸੇ ਵੀ ਸੋਚੋ ਨਾ ਵੀ ਠੀਕ ਆ ਰਾਜਨੀਤੀ ਦੇ ਵਿੱਚ, ਪਰ ਅੱਜ ਉਹ ਰਾਜਨੀਤੀ ਨਹੀਂ। ਅੱਜ ਇਸ ਬਿਆਨ ਨੂੰ ਵਰਲਡ ਵਾਈਡ ਛਪ ਗਿਆ ਹੋਣਾ, ਪ੍ਰਿੰਟਿੰਗ ਪ੍ਰੈਸਾਂ ਜਿਹੜੀਆਂ ਨੇ ਬਾ ਕਮਾਲ ਖਿੱਚੀ ਜਾ ਰਹੀਆਂ ਨੇ। ਆਪਾਂ ਲਾਸਟ ਕਾਲ ਲੈ ਕੇ ਵਾਈਂਡ ਅਪ ਕਰਦੇ ਹਾਂ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਜਿਹੜੇ ਸ਼ੰਕੇ ਜਾੜ ਕਰ ਰਹੇ ਉਹਨਾਂ ਲਈ ਮੈਂ ਲਾਈਨ ਪੜ੍ਹ ਕੇ ਦੱਸ ਦਿੰਦਾ ਜੀ। ਐਨਡੀਟੀਵੀ ਟੀਵੀ ਦੇ ਜਿਹੜੀ ਨਿਊਜ਼ ਛਪੀ ਉਹ ਛਪੀ ਹੈ ਜੀ। ਉਹ ਕਹਿੰਦਾ ਰਕੇਸ਼ ਟਕੈਤ, the top farmer leader said the protest would not stop before the laws were repealed in parliament where a new session starts on November 29। ਬਹੁਤ ਮਿਹਰਬਾਨੀ, ਥੈਂਕ ਯੂ। ਹਾਂਜੀ ਪੱਟੀ ਸਾਹਿਬ ਬਿਲਕੁਲ ਠੀਕ ਹੈ ਜੀ ਥੈਂਕ ਯੂ ਜੀ। ਅੱਛੀ ਗੱਲ ਆ ਜੀ, ਉਹਨਾਂ ਨੂੰ ਬਿਲਕੁਲ ਆਪਣੇ ਪੜ੍ਹ ਕੇ ਇਨ ਬਿਨ ਜਿਹੜੇ ਫੈਸਲੇ ਨੇ ਉਹਨਾਂ ਨੂੰ ਸਮਝ ਕੇ ਕਿ ਇਸ ਬਿਆਨ ਦਾ ਮਹੱਤਵ ਕੀ ਹੈ, ਇਸ ਬਿਆਨ ਦਾ ਮਤਲਬ ਕੀ ਹੈ, ਇਸ ਬਿਆਨ ਦੇ ਪਿੱਛੇ ਰਾਜਨੀਤੀ ਕੀ ਹੈ, ਇਸ ਬਿਆਨ ਨੂੰ ਵਾਕਿਆ ਹੀ 100% ਇੰਪਲੀਮੈਂਟ ਹੋਵੇਗਾ, ਫੇਰ ਹੀ ਉੱਥੋਂ ਮੋਰਚਾ ਚੁੱਕਣਗੇ। ਏਡੀ ਛੇਤੀ ਮੋਰਚਾ ਨਹੀਂ ਚੁੱਕਣ ਵਾਲੇ। ਜੱਟ ਗੰਨਾ ਨਹੀਂ ਦਿੰਦਾ, ਗਾਡੇ ਦੀ ਮਿਹਨਤ ਨਾਲ ਬਣਾਈ ਹੋਈ ਗੁੜ ਦੀ ਰਿਓੜੀ ਦੇ ਦਿੰਦਾ। ਇਹਨੂੰ ਕਹਿੰਦੇ ਆ ਜੱਟ ਮਿਹਨਤ ਕਰਕੇ ਕਹਿੰਦਾ ਵੀ ਗੰਨਾ ਨਹੀਂ ਦੇਣਾ। ਹਾਂਜੀ ਉਹਦਾ ਕਾਰਨ ਪਤਾ ਕੀ ਹੁੰਦਾ? ਇਹ ਨਹੀਂ ਕਿ ਗੰਨਾ ਜੱਟ ਨਹੀਂ ਦੇਣਾ ਚਾਹੁੰਦਾ, ਗੰਨਾ ਦੇ ਸਕਦਾ। ਉਹ ਸੌਖਾ ਆ, ਵੱਡਿਆ ਟੁੱਕਿਆ ਲੈ ਜਾ ਬਈ, ਪਰ ਇੱਕ ਨੂੰ ਦੇ ਦਿੱਤਾ ਨਾ ਗੰਨਾ ਪੁੱਟ ਤੇ ਫਿਰ ਸਾਰਾ ਬੰਦਾ ਲੰਘਦਾ ਵੜਦਾ ਹਰ ਕੋਈ ਪੁੱਟ ਕੇ ਲੈ ਜਾਂਦਾ। ਪਰ ਜਦੋਂ ਕਹਾਣੀ ਲਾਈ ਹੋਊਗੀ ਕੋਈ ਟਾਵਾਂ ਹੀ ਆਊਗਾ, ਕੋਈ ਸ਼ੌਂਕ ਨਾ ਆਊਗਾ ਵੀ ਮੈਂ ਫਲਾਣਿਆਂ ਦੇ ਗੁੜ ਲੈਣਾ। ਅਗਲਾ ਵੀ ਕਹਿੰਦਾ ਗੁੜ ਖਾ ਕੇ ਚੱਲਿਆ ਸਾਡਾ ਮੂੰਹ ਮਿੱਠਾ ਕਰਕੇ, ਗੁੜ ਲੈ ਜਾ ਭਾਵੇਂ ਸੌਂ ਜਵੈਣ ਵਾਲਾ ਵੀ, ਪਰ ਗੰਨਾ ਨਹੀਂ ਪੱਟਣ ਦਿੰਦਾ। ਉਸ ਜੱਟ ਏਡੀ ਛੇਤੀ ਨਹੀਂ ਕਿ ਜੇ ਕਹਿ ਦਿੱਤਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਚਲੋ ਜੀ ਕਿਸਾਨ ਖੇਤੀ ਕਾਨੂੰਨ ਵਾਪਸ ਤੇ ਅੱਜ ਉੱਥੋਂ ਜੁੱਲੀ ਬਿਸਤਰਾ ਚੱਕ ਲੈਣਗੇ, ਪਰ ਉਹ ਡਟੇ ਰਹਿਣਗੇ। ਹਾਂਜੀ ਜਿਵੇਂ ਉਹਨਾਂ ਨੇ ਮੰਗਾਂ ਬਣਵਾਉਣੀਆਂ ਨੇ। ਪੱਟੀ ਸਾਹਿਬ ਮਿਲਦੇ ਆ ਫਿਰ ਸਵੇਰੇ, ਤੁਹਾਡੀਆਂ ਬੈਸਟ ਵਿਸ਼ੇਸ਼ ਲਵਾਂਗੇ। ਪਰ ਸਵੇਰੇ ਅਸੀਂ ਗੁਰੂ ਨਾਨਕ ਮਹਾਰਾਜ ਦਾ ਗੁਰਪੁਰਬ ਜਿਹੜਾ ਹੈ ਉਹ ਸਵੇਰ ਤਾਂ ਵੈਸੇ ਹੋ ਚੁੱਕੀ ਆ, ਹੁਣ ਤੋਂ ਕੁਝ ਮਿੰਟ ਬਾਅਦ ਅਸੀਂ ਕਾਲਸ ਲੈਣੀਆਂ ਨੇ। ਤੇ ਬਹੁਤ ਬਹੁਤ ਧੰਨਵਾਦ, ਥੈਂਕ ਯੂ, ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।